ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਵੀਰ ਸਿੰਘ ਜੀ ਨੇ ਆਪਣੀ ਇੱਕ ਆਪ ਬੀਤੀ ਦਾ ਵਰਣਨ ਕੀਤਾ ਜੋ ਆਪ ਜੀ ਨੂੰ ਇਸ ਲਿਖਤ ਵਿੱਚ ਸਰਵਣ ਕਰਾਇਆ ਜਾ ਰਿਹਾ ਹੈ। ਸਿਰਲੇਖ ਹੈ ਲਗਨ ਉਤੇਜਨਾ। ਰੂਈ ਵਿੱਚ ਅੱਗ ਹੈ, ਪਰ ਉਸ ਵਿੱਚੋਂ ਅੱਗ ਪ੍ਰਗਟ ਨਹੀਂ ਹੋ ਸਕਦੀ ਜਦ ਤੱਕ ਅੱਗ ਦੀ ਛੋਹ ਉਸ ਨੂੰ ਨਾ ਮਿਲੇ। ਇਸੇ ਤਰ੍ਹਾਂ ਪਰਮਾਰਥ ਦੀ ਲਗਨ ਨੂੰ ਵੀ ਉਤੇਜਨਾ ਦੀ ਲੋੜ ਹੈ। 7, 8, 9 ਅਪ੍ਰੈਲ ਸਨ 1944 ਸਰਗੋਧੇ ਵਿੱਚ ਸਿੱਖ ਐਜੂਕੇਸ਼ਨਲ ਕਾਨਫਰੰਸ ਦਾ ਸਮਾਗਮ ਸੀ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਮਹਾਰਾਜ, ਸ੍ਰੀਮਾਨ ਸੰਤ ਸੰਗਤ ਸਿੰਘ ਜੀ ਮਹਾਰਾਜ, ਸਰਦਾਰ ਮਨੋਹਰ ਸਿੰਘ ਜੀ, ਬੀਬੀ ਰਣਜੀਤ ਕੌਰ ਜੀ ਦੀ ਕੋਠੀ ਵਿੱਚ ਠਹਿਰੇ ਹੋਏ ਸਨ। ਕਾਨਫਰੰਸ ਦੇ 8 ਤਾਰੀਖ ਦਾ ਸੈਸ਼ਨ ਸਮਾਪਤ ਹੋ ਚੁੱਕਾ ਸੀ। ਭਾਈ ਸਾਹਿਬ ਉਸ ਕੋਠੀ ਦੇ ਡਰਾਇੰਗ ਰੂਮ ਵਿੱਚ ਸੱਜੇ ਹੋਏ ਸਨ। ਕਮਰਾ ਗੱਚਾ ਗੱਚ ਸੰਗਤਾਂ ਨਾਲ ਭਰਿਆ ਹੋਇਆ ਸੀ। ਸ੍ਰੀ ਕਲਗੀਧਰ ਜੀ ਮਹਾਰਾਜ ਦੇ ਖਾਲਸੇ ਦੇ ਦੀਦਾਰੇ ਪੰਡਾਲ ਵਿੱਚੋਂ ਲੈ ਕੇ ਭਾਈ ਸਾਹਿਬ ਜੀ ਦੇ ਮੁਖੜੇ ਦੀ ਆਭਾ ਅਚਲਵੀਂ ਸੀ। ਆਪ ਪੂਰਨ ਖੇੜੇ ਵਿੱਚ ਸਨ। ਮਹਾਂਪੁਰਖਾਂ ਨੇ ਸਰਦਾਰ ਗੁਰਦਿੱਤ ਸਿੰਘ ਵੱਲ ਮੂੰਹ ਕਰਕੇ ਕਿਹਾ ਕਿ ਦੇਖ ਗੁਰਦਿੱਤ ਸਿੰਘ, ਅੱਜ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਨੂੰ ਰੱਬ ਦੇ ਪਿਆਰ ਦੀ ਲਗਨ ਕਿਸ ਤਰ੍ਹਾਂ ਲੱਗੀ ਸੀ। ਮੇਰੀ ਉਮਰ 15 ਸਾਲ ਦੇ ਲਗਭਗ ਸੀ। ਉਹਨਾਂ ਦਿਨਾਂ ਵਿੱਚ ਮੈਂ ਆਪਣੇ ਨਾਨਾ ਜੀ ਦੇ ਘਰ ਹੀ ਰਹਿੰਦਾ ਸਾਂ। ਮੈਂ ਆਪਣੇ ਸਕੂਲ ਦੀ ਪੜ੍ਹਾਈ ਵੀ ਉੱਥੇ ਹੀ ਕਰਦਾ ਸਾਂ। ਮੇਰੇ ਰਹਿਣ ਲਈ ਪੜ੍ਹਨ ਲਈ ਇੱਕ ਕਮਰਾ ਮੈਨੂੰ ਮਿਲਿਆ ਹੋਇਆ ਸੀ। ਉਸ ਕਮਰੇ ਵਿੱਚ ਮੈਂ ਸੌਂਦਾ ਵੀ ਸਾਂ, ਪੜ੍ਹਦਾ ਵੀ ਸਾਂ। ਇੱਕ ਦਿਨ ਅਚਾਨਕ ਮੈਂ ਸਕੂਲੋਂ ਆਇਆ ਤਾਂ ਕੀ ਤੱਕਿਆ ਕਿ ਮੇਰੇ ਕਮਰੇ ਵਿੱਚ ਇੱਕ ਹੋਰ ਬਿਸਤਰਾ ਵੀ ਲੱਗਾ ਹੋਇਆ ਹੈ। ਮੈਂ ਨਾਨੀ ਜੀ ਤੋਂ ਪੁੱਛਿਆ, ਨਾਨੀ ਜੀ, ਮੇਰੇ ਕਮਰੇ ਵਿੱਚ ਕੌਣ ਆਇਆ ਹੈ? ਨਾਨੀ ਜੀ ਕਹਿਣ ਲੱਗੇ, ਤੇਰੇ ਕਮਰੇ ਵਿੱਚ ਤੇਰੇ ਨਾਨਾ ਜੀ ਦਾ ਸੰਬੰਧੀ ਆਇਆ ਹੈ ਅਤੇ ਤੇਰੇ ਨਾਨਾ ਜੀ ਨੇ ਇਸ ਚੰਗੇ ਪੁਰਖ ਨੂੰ ਤੇਰੇ ਕਮਰੇ ਵਿੱਚ ਟਿਕਾਇਆ ਹੈ। ਇਹ ਕੁਝ ਦਿਨ ਰਹਿਣਗੇ। ਸੰਧਿਆ ਪੈ ਗਈ। ਨਾਨਾ ਜੀ ਤੇ ਉਹ ਸੱਜਣ ਦਰਬਾਰ ਸਾਹਿਬ ਦੀ ਯਾਤਰਾ ਕਰਕੇ ਘਰ ਆਏ। ਮੈਂ ਆਪਣੇ ਕਮਰੇ ਵਿੱਚ ਬੈਠ ਕੇ ਪੜ੍ਹਾਈ ਕਰ ਰਿਹਾ ਸਾਂ। ਨਾਨਾ ਜੀ ਨੇ ਕਿਹਾ, ਲਓ ਭਾਈ ਸਾਹਿਬ, ਇਹ ਤੁਹਾਡੇ ਵਿਸ਼ਰਾਮ ਕਰਨ ਦਾ ਕਮਰਾ ਹੈ। ਆਪ ਜਿਤਨੇ ਦਿਨ ਚਾਹੋ ਸੁਖ ਸਬੀਰੀ ਨਾਲ ਇੱਥੇ ਰਹੋ। ਇਹ ਕਾਕਾ ਤੁਹਾਡੇ ਪਾਸ ਹੈ। ਜੋ ਚੀਜ਼ ਤੁਹਾਨੂੰ ਵੇਲੇ ਕੋ ਵੇਲੇ ਲੋੜ ਹੋਵੇ ਇਸ ਕਾਕੇ ਤੋਂ ਮੰਗਵਾ ਲੈਣੀ। ਤੇ ਮੈਨੂੰ ਨਾਨਾ ਜੀ ਨੇ ਕਿਹਾ, ਕਾਕਾ, ਇਹ ਹੜੱਪੇ ਤੋਂ ਆਏ ਹਨ, ਮੇਰੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਹਨ। ਇਹ ਅੰਦਰੋਂ ਬਾਹਰੋਂ ਪੂਰਨ ਗੁਰਸਿੱਖ ਹਨ। ਇਹਨਾਂ ਦੇ ਪਵਿੱਤਰ ਪ੍ਰਭਾਵ ਤੇਰੇ ਕਮਰੇ ਵਿੱਚ ਸਦਾ ਰਹਿਣਗੇ। ਤੇਰੇ ਮਨ ਨੂੰ ਇਹਨਾਂ ਦਾ ਦਰਸ਼ਨ ਕਰਕੇ ਮਹਾਨ ਸੁੱਖ ਮਿਲੇਗਾ। ਜੋ ਚੀਜ਼ ਇਹ ਕਹਿਣ, ਇਹਨਾਂ ਨੂੰ ਫੌਰਨ ਨਾਨੀ ਜੀ ਤੋਂ ਲਿਆ ਕੇ ਦੇ ਦੇਣੀ। ਪੁੱਤਰ, ਇਹਨਾਂ ਦੇ ਤੂੰ ਸੇਵਾ ਸਤਕਾਰ ਵਿੱਚ ਰਹੀਂ, ਅਦਬ ਵਿੱਚ ਰਹੀਂ। ਨਾਨਾ ਜੀ ਮੈਨੂੰ ਸਮਝਾ ਕੇ ਚਲੇ ਗਏ। ਉਸ ਪੂਰਨ ਗੁਰਸਿੱਖ ਨੇ ਕੱਪੜੇ ਉਤਾਰ ਦਿੱਤੇ। ਛੋਟੀ ਦਸਤਾਰ ਤੇ ਚਾਦਰੇ ਨੂੰ ਲਪੇਟ ਕੇ ਉਹਨਾਂ ਨੇ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਬੜੇ ਰਸ ਤੇ ਸਵਾਦ ਵਿੱਚ ਕੀਤਾ। ਪਾਠ ਕਰਨ ਸਮੇਂ ਉਹਨਾਂ ਦੇ ਨੈਣ ਮਸਤ ਅਲਮਸਤ ਸਨ। ਉਹਨਾਂ ਦੇ ਮੂੰਹ ਤੇ ਲਾਲ ਸਿਓ ਵਾਂਗੂ ਲਾਲੀ ਸੀ। ਇੰਜ ਦਿਸਦਾ ਸੀ ਕਿ ਪਾਠ ਤਾਂ ਕਮਰੇ ਵਿੱਚ ਹੋ ਰਿਹਾ ਹੈ, ਪਰ ਉਹਨਾਂ ਦੀ ਰੂਹ ਕਿਸੇ ਹੋਰ ਮੰਡਲ ਵਿੱਚ ਹੈ। ਇਸ ਅਲੌਕਿਕ ਦਿਵਯ ਦਰਸ਼ਨ ਨੇ ਮੇਰੇ ਮਨ ਤੇ ਬੜਾ ਡੂੰਘਾ ਪ੍ਰਭਾਵ ਪਾਇਆ। ਮੇਰੇ ਨੈਣ ਉਹਨਾਂ ਦੇ ਮੁਖੜੇ ਤੇ ਟਿਕ ਗਏ। ਜਿਉਂ-ਜਿਉਂ ਮੈਂ ਤੱਕਦਾ ਸਾਂ, ਤਿਉਂ-ਤਿਉਂ ਮੇਰੇ ਮਨ ਵਿੱਚ ਤੱਕਣ ਦੀ ਵਧੀਕ ਸਿੱਕ ਆਉਂਦੀ ਸੀ। ਪਾਠ ਸਮਾਪਤ ਹੋਇਆ। ਉਹ ਆਪਣੇ ਆਸਨ ਤੋਂ ਉੱਠ ਖਲੋਤੇ। ਗਲ ਵਿੱਚ ਉਹਨਾਂ ਨੇ ਦੁਪੱਟਾ ਪਾਇਆ ਤੇ ਉਹਨਾਂ ਮੁੰਦੇ ਨੈਣਾਂ ਨਾਲ ਹੀ ਅਰਦਾਸ ਵਿੱਚ ਖੜੇ ਹੋ ਗਏ। ਉਹਨਾਂ ਦਾ ਇੱਕ ਇੱਕ ਅੱਖਰ ਮੇਰੇ ਮਨ ਨੂੰ ਖਿੱਚਦਾ ਸੀ। ਮੈਨੂੰ ਇੰਜ ਪ੍ਰਤੀਤ ਹੁੰਦਾ ਸੀ ਕਿ ਮੇਰੇ ਕਮਰੇ ਵਿੱਚ ਕੋਈ ਸੂਰਜ ਪ੍ਰਕਾਸ਼ ਪਸਰ ਰਿਹਾ ਹੈ। ਅਰਦਾਸਾ ਹੋ ਗਿਆ। ਉਹਨਾਂ ਨੇ ਮੱਥਾ ਟੇਕਿਆ, ਸਿਰ ਚੁੱਕਿਆ, ਪਰੰਤੂ ਅਜੇ ਵੀ ਉਹਨਾਂ ਦੇ ਨੈਣ ਮਸਤ ਅਲਮਸਤ ਸਨ। ਇਸ ਪੂਰਨ ਗੁਰਸਿੱਖ ਦਾ ਝਲਕਾਰਾ ਮੇਰੇ ਹਿਰਦੇ ਦੇ ਡੂੰਘੇ ਅਸਥਾਨ ਤੇ ਚਿਤਰਿਤ ਹੋ ਗਿਆ। ਸਵੇਰ ਹੋਈ। ਮੇਰੇ ਜਾਗਣ ਤੋਂ ਪਹਿਲਾਂ ਉਹ ਸ੍ਰੀ ਦਰਬਾਰ ਸਾਹਿਬ ਜਾ ਚੁੱਕੇ ਸਨ। ਮੈਂ ਬਸਤਾ ਲੈ ਕੇ ਸਕੂਲ ਚਲਾ ਗਿਆ।
ਪਰੰਤੂ ਉਹਨਾਂ ਦੀ ਰਾਤ ਵਾਲੀ ਅਦਭੁਤ ਮੂਰਤ ਤੇ ਸੂਰਤ ਮੇਰੇ ਮਨ ਵਿੱਚ ਦਰਸ਼ਨ ਦੇ ਰਹੀ ਸੀ। ਘੜੀ ਘੜੀ ਮੈਨੂੰ ਉਹ ਯਾਦ ਆਉਂਦੇ ਸਨ। ਉਹਨਾਂ ਦੀ ਪਿਆਰ ਭਰੀ ਸੂਰਤ ਮੈਨੂੰ ਖਿੱਚ ਪਾਉਂਦੀ ਸੀ। ਸਕੂਲ ਤੋਂ ਛੁੱਟੀ ਹੋਈ, ਰਸਤੇ ਵਿੱਚ ਉਹਨਾਂ ਦੀ ਸੂਰਤ ਮੇਰੇ ਨਾਲ ਚੱਲ ਰਹੀ ਸੀ। ਮੈਂ ਘਰ ਪਹੁੰਚਿਆ ਤਾਂ ਨਾਨੀ ਜੀ ਨੇ ਦੱਸਿਆ ਕਿ ਉਹ ਦਰਬਾਰ ਸਾਹਿਬ ਗਏ ਹਨ। ਮੈਨੂੰ ਸਿਰਫ ਸੰਧਿਆ ਸਮੇਂ ਹੀ ਉਹਨਾਂ ਦੇ ਦਰਸ਼ਨ ਪ੍ਰਾਪਤ ਹੁੰਦੇ ਸਨ, ਜਦੋਂ ਕਿ ਉਹ ਰਹਿਰਾਸ ਸਾਹਿਬ ਦਾ ਪਾਠ ਕਰਦੇ ਸਨ। ਇੱਕ ਦਿਨ ਕੁਦਰਤਨ ਮੇਰੀ ਅੱਧੀ ਰਾਤ ਜਾਗ ਖੁੱਲੀ ਤਾਂ ਮੈਂ ਕੀ ਦੇਖਿਆ ਕਿ ਉਹ ਮਨਮੋਹਣੀ ਸੂਰਤ ਅੱਖਾਂ ਮੀਟ ਕੇ, ਚੌਕੜਾਂ ਮਾਰ ਕੇ ਅਡੋਲ ਬੈਠੀ ਹੈ। ਕਮਰੇ ਵਿੱਚ ਹਨੇਰਾ ਸੀ, ਪਰ ਉਹਨਾਂ ਦੇ ਮਸਤਕ ਤੇ ਪ੍ਰਕਾਸ਼ ਦਗ-ਦਗ ਕਰ ਰਿਹਾ ਸੀ। ਨਾਮ ਜਪਤ ਕੋਟ ਸੂਰ ਉਜਾਰਾ। ਉਸ ਤੋਂ ਬਾਅਦ ਮੇਰੇ ਮਨ ਵਿੱਚ ਖਿਆਲ ਆਇਆ ਕਿ ਅਗਾਹਾਂ ਤੱਕ ਉਹ ਕੀ ਕਰਦੇ ਹਨ। ਤ੍ਰਿਪਹਿਰਾ ਵੱਜਿਆ, ਉਹ ਉੱਠ ਖਲੋਏ। ਉਹਨਾਂ ਨੇ ਖੂੰਡਾ ਹੱਥ ਵਿੱਚ ਲੈ ਲਿਆ। ਮੇਰੇ ਕਮਰੇ ਤੋਂ ਮਲਕੜੇ ਜਿਹੇ ਬਾਹਰ ਨਿਕਲੇ। ਇੱਕ ਨਿੱਕਾ ਜਿਹਾ ਖੰਗੂਰਾ ਮਾਰ ਕੇ ਕਿਹਾ, ਗਿਆਨੀ ਜੀ, ਮੈਂ ਦਰਬਾਰ ਸਾਹਿਬ ਚਲਿਆ ਜੇ। ਇਹ ਸੱਜਣ ਕੁਝ ਕੁ ਦਿਨ ਸ੍ਰੀ ਅੰਮ੍ਰਿਤਸਰ ਜੀ ਰਹੇ। ਇਹਨਾਂ ਦੀ ਰਹਿਣੀ ਬਹਿਣੀ ਤੇ ਕਹਿਣੀ ਦਾ ਪ੍ਰਭਾਵ ਮੇਰੇ ਉੱਪਰ ਬਹੁਤ ਹੀ ਪਿਆ। ਇੱਕ ਦਿਨ ਐਤਵਾਰ ਸੀ, ਮੈਂ ਘਰ ਹੀ ਸਾਂ। 9 ਵਜੇ ਦਾ ਵੇਲਾ ਹੋਣਾ ਹੈ ਕਿ ਸਪੂਰਨ ਗੁਰਸਿੱਖ ਨੇ ਮੇਰੇ ਨਾਨਾ ਜੀ ਪੰਡਤ ਹਜ਼ਾਰਾ ਸਿੰਘ ਜੀ ਨੂੰ ਕਿਹਾ, ਲਓ ਗਿਆਨੀ ਜੀ, ਅੱਜ ਸਾਡੇ ਕਮਰ ਕੱਸੇ ਹਨ। ਮੇਰੇ ਮਨ ਵਿੱਚ ਇੱਕ ਸਿੱਖ ਸੀ ਕਿ ਮੈਂ ਦਰਬਾਰ ਸਾਹਿਬ ਦੇ ਰਜ ਕੇ ਦਰਸ਼ਨ ਕਰਾਂ, ਸੋ ਗੁਰੂ ਰਾਮਦਾਸ ਪਾਤਸ਼ਾਹ ਨੇ ਮਿਹਰ ਕਰਕੇ ਪੂਰਨ ਕਰ ਦਿੱਤੀ ਹੈ। ਇਹ ਕਹਿੰਦਿਆਂ ਉਹਨਾਂ ਨੇ ਆਪਣਾ ਲਟਰ ਪਟਰ ਸਭ ਤਿਆਰ ਕਰ ਲਿਆ। ਯੱਕੇ ਵਾਲੇ ਨੂੰ ਬੁਲਾ ਕੇ ਬੂਹੇ ਤੇ ਖੜਾ ਕਰ ਦਿੱਤਾ। ਗਿਆਨੀ ਜੀ ਨੂੰ ਕਹਿਣ ਲੱਗੇ, ਲਓ ਗਿਆਨੀ ਜੀ, ਮੈਂ ਹੁਣ ਚੱਲਿਆ ਹਾਂ। ਹੜੱਪੇ ਜਾ ਕੇ ਮੈਂ ਆਪ ਨੂੰ ਖਤ ਪਾਵਾਂਗਾ। ਉਸ ਖਤ ਅਨੁਸਾਰ ਆਪ ਛੇਤੀ ਤੋਂ ਛੇਤੀ ਮੇਰੇ ਪਾਸ ਪਹੁੰਚ ਜਾਣਾ, ਢਿੱਲ ਨਹੀਂ ਕਰਨੀ। ਲਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੱਕੇ ਤੇ ਆਪ ਨੇ ਸਮਾਨ ਰੱਖਿਆ ਤੇ ਫਿਰ ਘਰ ਅੰਦਰ ਆ ਗਏ ਤੇ ਫਿਰ ਗੱਜ ਕੇ ਉਹਨਾਂ ਨੇ ਫਤਿਹ ਬੁਲਾਈ। ਮੈਂ ਤੱਕ ਕੇ ਹੈਰਾਨ ਹੋ ਰਿਹਾ ਸਾਂ। ਉਹ ਟਾਂਗੇ ਤੇ ਬੈਠ ਗਏ। ਥੋੜਾ ਜਿਹਾ ਟਾਂਗਾ ਚੱਲਿਆ, ਫਿਰ ਉਹਨਾਂ ਨੇ ਰੋਕ ਲਿਆ। ਫਿਰ ਘਰ ਵਾਪਸ ਆਏ। ਗਿਆਨੀ ਜੀ ਨੂੰ ਤੀਜੀ ਵਾਰ ਗੱਜ ਕੇ ਬੁਲਾਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਚਕਿਤ ਹੋ ਗਿਆ ਕਿ ਇਹ ਸੱਜਣ ਕੀ ਕਰ ਰਿਹਾ ਹੈ, ਪਰ ਉਸ ਸਮੇਂ ਇਹ ਚੀਜ਼ ਮੇਰੀ ਸਮਝ ਤੋਂ ਬਾਹਰ ਸੀ। ਯੱਕਾ ਚਲਾ ਗਿਆ। 2-4 ਦਿਨ ਬੀਤੇ ਕਿ ਹੜੱਪੇ ਤੋਂ ਇੱਕ ਖਤ ਆਇਆ ਕਿ ਗਿਆਨੀ ਜੀ, ਆਪ ਖਤ ਦੇਖਦਿਆਂ ਸਾਰ ਹੜੱਪੇ ਪਹੁੰਚ ਜਾਓ। ਦੂਜੀ ਪਲਕ ਗਿਆਨੀ ਜੀ ਸ੍ਰੀ ਅੰਮ੍ਰਿਤਸਰ ਤੋਂ ਹੜੱਪੇ ਚਲੇ ਗਏ। ਚੌਥੇ ਦਿਨ ਹੜੱਪੇ ਤੋਂ ਖਤ ਆਇਆ ਕਿ ਹੜੱਪੇ ਵਾਲੇ ਗੁਰੂ ਪਿਆਰੇ ਦਾ ਅਕਾਲ ਚਲਾਣਾ ਹੋ ਗਿਆ ਹੈ ਤੇ ਅਸੀਂ ਉਸ ਦੀ ਦਸਤਾਰਬੰਦੀ ਕਰਕੇ ਆਵਾਂਗੇ। ਨਾਨਾ ਜੀ ਹੜੱਪੇ ਤੋਂ ਵਾਪਸ ਆ ਗਏ। ਘਰ ਆ ਕੇ ਉਸ ਗੁਰੂ ਪਿਆਰੇ ਦੇ ਚਲਾਣੇ ਦਾ ਹਾਲ ਪਰਿਵਾਰ ਨੂੰ ਦੱਸਿਆ ਕਿ ਉਹ ਸਤਿਗੁਰੂ ਦਾ ਲਾਲ ਗੁਰਮੁਖ ਆਵੇ ਜਾਏ ਨਿਸੰਗ ਵਾਂਗੂ ਹੱਸਦਾ ਖੇਡਦਾ ਸੰਸਾਰ ਤੋਂ ਟੁਰ ਗਿਆ। ਆਪ ਜੀ ਨੇ ਦੱਸਿਆ ਕਿ ਮੈਂ ਨਾਨਾ ਜੀ ਨੂੰ ਪੁੱਛਿਆ ਕਿ ਮੈਨੂੰ 2 ਗੱਲਾਂ ਦੀ ਸਮਝ ਨਹੀਂ ਆਈ। ਪਹਿਲੀ ਗੱਲ ਇਹ ਹੈ ਕਿ ਉਹ ਤੁਹਾਨੂੰ ਬਾਰੰਬਾਰ ਫਤਿਹ ਬੁਲਾਉਣ ਲਈ ਕਿਉਂ ਆਉਂਦਾ ਸੀ, ਅਤੇ ਦੂਸਰਾ, ਟੁਰਦਿਆਂ ਉਸਨੇ ਆਪ ਨੂੰ ਇਹ ਕਿਉਂ ਕਿਹਾ ਸੀ ਕਿ ਤੁਸੀਂ ਮੇਰੀ ਚਿੱਠੀ ਮਿਲਦਿਆਂ ਹੀ ਹੜੱਪੇ ਆ ਜਾਣਾ, ਦੇਰੀ ਨਹੀਂ ਕਰਨੀ। ਨਾਨਾ ਜੀ ਹੱਸ ਕੇ ਕਹਿਣ ਲੱਗੇ ਕਿ ਬੇਟਾ ਜੀਓ, ਉਸਨੂੰ ਆਪਣੀ ਮੌਤ ਦਾ ਪਤਾ ਸੀ, ਇਸੇ ਲਈ ਉਹ ਬਾਰੰਬਾਰ ਫਤਿਹ ਬੁਲਾਉਂਦਾ ਸੀ ਤੇ ਮੈਨੂੰ ਆਉਣ ਲਈ ਤਾਕੀਦ ਕਰਦਾ ਸੀ। ਮੈਂ ਹੋਰ ਵੀ ਅਚਰਜ ਹੋਇਆ ਤੇ ਨਾਨਾ ਜੀ ਨੂੰ ਪੁੱਛਿਆ ਕਿ ਨਾਨਾ ਜੀ, ਮੌਤ ਦਾ ਪਤਾ ਕਿਸੇ ਨੂੰ ਵੀ ਨਹੀਂ ਹੈ, ਉਸਨੂੰ ਆਪਣੀ ਮੌਤ ਦੀ ਲਖਤਾਂ ਕਿਸ ਤਰ੍ਹਾਂ ਹੋ ਗਈ। ਨਾਨਾ ਜੀ ਨੇ ਮੇਰੇ ਸਿਰ ਤੇ ਪਿਆਰ ਦਿੱਤਾ ਤੇ ਕਿਹਾ, ਬੇਟਾ, ਜੋ ਨਾਮ ਬਾਣੀ ਦਾ ਘੁੱਟ ਕੇ ਪੱਲਾ ਪਕੜਦੇ ਹਨ ਤੇ ਪਵਿੱਤਰ ਕਰਮ ਸੰਸਾਰ ਵਿੱਚ ਕਰਦੇ ਹਨ, ਉਹਨਾਂ ਦਾ ਜੀਵ ਆਤਮਾ ਪਵਿੱਤਰ ਤੇ ਨਿਰਮਲ ਹੋ ਜਾਂਦਾ ਹੈ। ਫਿਰ ਉਹਨਾਂ ਨੂੰ ਜੋ ਕੁਝ ਅਗਾਮੀ ਵਰਤਣਾ ਹੋਵੇ ਉਸ ਦੀ ਲਖਤਾ ਹੋ ਜਾਂਦੀ ਹੈ। ਇਹ ਸਨ ਅੱਖਰ ਜਿਨ੍ਹਾਂ ਨੇ ਮੇਰੇ ਮਨ ਅੰਦਰ ਛੁਪੀ ਪ੍ਰਭੂ ਲਗਨ ਨੂੰ ਉਤੇਜਿਤ ਕਰ ਦਿੱਤਾ। ਉਸ ਗੁਰਸਿੱਖ ਦੀ ਮਧੁਰ ਮੂਰਤ, ਅੰਮ੍ਰਿਤ ਵੇਲੇ ਬੁੱਕਲ ਮਾਰ ਕੇ ਬਹਿਣਾ, ਦਰਬਾਰ ਸਾਹਿਬ ਦੀ ਯਾਤਰਾ ਕਰਨੀ, ਰਹਿਰਾਸ ਸਾਹਿਬ ਜੀ ਦੇ ਪਾਠ ਵਿੱਚ ਉਸ ਦੀ ਤਦਰੂਪਤਾ ਹੋ ਜਾਣੀ, ਇਹ ਐਸੀਆਂ ਚੀਜ਼ਾਂ ਸਨ ਜਿਹੜੀਆਂ ਕਿ ਮੇਰੇ ਮਨ ਤੇ ਉਸ ਛੋਟੀ ਜਿਹੀ ਉਮਰ ਵਿੱਚ ਉਕਰ ਗਈਆਂ। ਮੇਰੇ ਮਨ ਅੰਦਰ ਵੀ ਇੱਕ ਸ਼ੌਕ ਜਿਹਾ ਪੈਦਾ ਹੋ ਗਿਆ ਕਿ ਜੇਕਰ ਮੈਂ ਇਸੇ ਤਰ੍ਹਾਂ ਘਾਲ ਕਮਾਈ ਕਰਾਂਗਾ, ਮੇਰੇ ਅੰਦਰ ਵੀ ਅਵਸ਼ ਪਵਿੱਤਰਤਾ ਹੋ ਜਾਵੇਗੀ ਤੇ ਮੈਨੂੰ ਵੀ
ਅਗਾਮੀ ਮੌਤ ਦੀ ਲਖਤਾ ਹੋ ਜਾਵੇਗੀ। ਇਹ ਸੀ ਮੇਰੀ ਪਰਮਾਰਥਕ ਲਗਨ ਦਾ ਮੂਲ ਕਾਰਨ। ਜਿਤਨੇ ਸਰੋਤਾ ਉਸ ਵਕਤ ਭਾਈ ਸਾਹਿਬ ਜੀ ਦੇ ਹਜ਼ੂਰੀ ਵਿੱਚ ਹਾਜ਼ਰ ਸਨ, ਉਹ ਸਾਰੇ ਇਹਨਾਂ ਬਚਨਾਂ ਨੂੰ ਸੁਣ ਕੇ ਚਕਰਿਤ ਹੋ ਰਹੇ ਸਨ। ਉਹਨਾਂ ਹਜ਼ੂਰੀ ਸੱਜਣਾ ਵਿੱਚ ਚੰਗੇ ਚੰਗੇ ਪਰਮਾਰਥਕ ਕਾਲੀ ਤੇ ਮਹਾਂਪੁਰਸ਼ ਵੀ ਬੈਠੇ ਹੋਏ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।